बड़ी पुरानी कहावत है भी बाबे नानक दा थड़ा एक गया ते दूजा खड़ा। इत्थे सेवावां करन वाले नहीं मुक्कदे, सेवा मुक जांदी है। ਜਦੋਂ ਕਾਲਾ ਬਾਜ਼ਾਰੀ ਦੇ ਧੰਦੇ ਨੂੰ ਨੱਥ ਪਾਉਣ ਦਾ ਜ਼ਿਕਰ ਕੀਤਾ ਤੇ ਫਿਰ ਇੱਕੋ ਇੱਕ ਰਟਿਆ ਜਵਾਬ ਵੀ ਪ੍ਰਸ਼ਾਸਨ ਕੋਲ ਜਾਓ, ਸਰਕਾਰਾਂ ਕੋਲ ਜਾਓ। ਤੇ ਤੁਹਾਨੂੰ ਪਤਾ ਵੀ ਸਰਕਾਰਾਂ ਤੇ ਪ੍ਰਸ਼ਾਸਨ ਜੇ ਇਹ ਆਪਣੀ ਇਮਾਨਦਾਰੀ ਨਾਲ ਕੰਮ ਕਰਦੇ ਹੁੰਦੇ ਤੇ ਕਾਲਾ ਬਾਜ਼ਾਰੀ ਹੋ ਹੀ ਨਹੀਂ ਸਕਦੀ ਸੀ। ਤੁਹਾਨੂੰ ਗੈਂਗਸਟਰਾਂ ਤੋਂ ਧਮਕੀਆਂ ਵੀ ਸੁਣਨ 'ਚ ਆਇਆ ਕਿ ਮਿਲ ਰਹੀਆਂ ਨੇ। ਜਦ ਇੰਨਾ ਚੰਗਾ ਤੁਸੀਂ ਕੰਮ ਕਰ ਰਹੇ ਹੋ ਤਾਂ ਸਰਕਾਰ ਤੁਹਾਡੇ ਵਾਸਤੇ ਕੀ ਕਰ ਰਹੀ ਹੈ? ਇੱਕ ਛੱਡ ਕੇ ਭਾਵੇਂ 100 ਫੋਨ ਆ ਜੇ ਪਰਵਾਹ ਨਹੀਂ, ਪਰ ਸਰਕਾਰ ਜਿਹੜੀ ਹੈ ਬਿਲਕੁਲ ਸੁਚੇਤ ਨਹੀਂ, ਉਹ ਸਪੋਰਟ ਕਰਦੀ ਉਹਨਾਂ ਲੋਕਾਂ ਨੂੰ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਯਾਰ ਜੇ ਤੁਸੀਂ ਚਾਹੁੰਦੇ ਜੇ ਕਿ ਇਹ ਸੇਵਾਵਾਂ ਨਾ ਹੋਣ, ਜੇ ਤੁਸੀਂ ਚਾਹੁੰਦੇ ਜੇ ਵੀ ਲੋਕਾਂ ਨੂੰ ਸਹੂਲਤਾਂ ਨਾ ਮਿਲਣ ਤੇ ਸਿੱਧੀ ਗੋਲੀ ਮਾਰ ਦਿਓ। ਮੇਰੇ ਸਿੱਧੀ ਗੋਲੀ ਕਿਉਂ ਨਹੀਂ ਮਾਰਦੇ? ਕਿਉਂ ਮੈਨੂੰ ਆਪਣੇ ਕੋਲ ਬਿਠਾ ਕੇ ਇਹਨਾਂ ਗੈਂਗਸਟਰਾਂ ਤੋਂ ਫੋਨ ਕਰਵਾਉਂਦੇ ਹੋ, ਧਮਕੀਆਂ ਦਿਵਾਉਂਦੇ ਹੋ? ਇਹਦਾ ਮਤਲਬ ਇਹੀ ਹੈ ਨਾ ਤੁਸੀਂ ਮਰਵਾਉਣਾ ਚਾਹੁੰਦੇ ਜੇ ਜਾਂ ਡਰਾਉਣਾ ਚਾਹੁੰਦੇ ਜੇ। ਮਰਵਾਉਣਾ ਤਾਂ ਪਰਮੇਸ਼ਵਰ ਦੇ ਹੱਥੇ। ਇਸੇ ਤਰੀਕੇ ਜੇ ਕਿਸੇ ਧੀ ਭੈਣ ਨਾਲ ਅਤਿਆਚਾਰ ਹੁੰਦਾ, ਉਹਦੇ ਕੱਪੜੇ ਪਾੜਦੇ ਆ, ਕਿਸੇ ਘਰ ਤੇ ਹਮਲਾ ਹੁੰਦਾ, ਕੋਈ ਉਹਦੀ ਬਾਂਹ ਨਹੀਂ ਫੜਦਾ, ਪੁਲਿਸ ਉਹਦੇ ਤੇ ਪਹਿਰਾ ਨਹੀਂ ਦਿੰਦੀ, ਪ੍ਰਸ਼ਾਸਨ ਨਹੀਂ ਦਿੰਦਾ, ਨਾ ਦੇਵੇ, ਘੱਟੋ ਘੱਟ ਸਿੱਖ ਵੈਲਫੇਅਰ ਕੌਂਸਲ ਉਹਦੇ ਲਈ ਹਾਂ ਦਾ ਨਾਰਾ ਜ਼ਰੂਰ ਮਾਰੇਗੀ। ਅਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਘਰ ਘਰ ਪਹੁੰਚਾਉਣਾ ਹੈ, ਗੁਰੂ ਨਾਨਕ ਦੀ ਸੋਚ ਨੂੰ ਘਰ ਘਰ ਪਹੁੰਚਾਉਣਾ ਹੈ। ਰਹੀ 2% ਦੀ, ਮੰਨ ਲਓ ਮਹੀਨੇ ਦਾ ਇਸ ਦੁਕਾਨ ਦਾ ਖਰਚਾ ਹੈ, ਅੱਜ ਅਸੀਂ ਸਾਰੇ ਵੀਰ ਆਪਣੇ ਨਾਲ ਜੋੜ ਰਹੇ ਹਾਂ। ਮੰਨ ਲਓ ਇੱਥੇ ਲੱਖ ਰੁਪਏ ਮਹੀਨਾ ਖਰਚਾ ਹੈ, ਅਸੀਂ ਸੋਚਿਆ ਵੀ 100 ਪਰਿਵਾਰ ਜੋੜੀਏ। ਉਹਨਾਂ ਨੂੰ ਕਵਾਂਗੇ ਵੀ 1-1000 ਰੁਪਈਆ ਨਾਲ ਲਾ ਕੇ ਆਪਣੇ ਦਸਵੰਧ ਚੋਂ ਕੱਢੋ, ਉਹਦੇ ਨਾਲ ਆਪਾਂ ਇਹ ਦੁਕਾਨ ਦਾ ਪ੍ਰੋਜੈਕਟ ਜਿਹੜਾ ਉਹ ਚਲਾਵਾਂਗੇ। ਅਸੀਂ ਕੋਈ ਦਵਾਈ ਬਾਜ਼ਾਰੋਂ ਮਹਿੰਗੀ ਖਰੀਦ ਲਈ ਹੋਵੇ ਤੇ ਕਈ ਵਾਰ ਕੀ ਹੁੰਦਾ, ਕੋਈ ਸੱਜਣ ਕੋਈ ਦੁਸ਼ਮਣ ਹੈ, ਉਹ ਕਹਦੇ ਜੀ ਮੈਂ ਤਾਂ ਸਸਤੀ ਖਰੀਦੀ ਹੈ, ਮੈਂ ਸਸਤੀ ਵੇਚ ਰਿਹਾ। ਇੱਦਾਂ ਦੀ ਡਿਫਿਕਲਟੀਜ਼ ਆ ਸਕਦੀਆਂ, ਪ੍ਰੋਬਲਮ ਆ ਸਕਦੀਆਂ। ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਜੋ ਭਾਅ ਖਰੀਦਾਂ, ਆਪਣੇ ਵੱਲੋਂ ਯਤਨ ਹੋਏਗਾ ਸਸਤੀ ਤੋਂ ਸਸਤੀ ਪਰਚੇਜ਼ ਕੀਤੀ ਜਾਵੇ, ਵਧੀਆ ਤੋਂ ਵਧੀਆ ਪਰਚੇਜ਼ ਕੀਤੀ ਜਾਵੇ। ਪਰ ਫਿਰ ਵੀ ਕਿਤੇ ਨਾ ਕਿਤੇ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ। ਤੁਹਾਨੂੰ ਦਿਲ ਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸੇਵਾ ਕਰਦੇ ਹੋ? ਪਹਿਲਾਂ ਤਾਂ ਸਾਨੂੰ ਇਹੀ ਹੁੰਦਾ ਸੀ ਯਾਰ ਇੱਧਰੋਂ ਲੀਡਰ ਦਾ ਫੋਨ ਆ ਗਿਆ, ਉੱਧਰੋਂ ਲੀਡਰ ਦਾ ਫੋਨ ਆ ਗਿਆ। ਬਹੁਤ ਸੰਤੁਸ਼ਟੀ ਵਾਲਾ ਕੰਮ ਆ ਜੀ। ਬਲੈਕ ਮਾਰਕੀਟਿੰਗ ਨੂੰ ਖਤਮ ਕਰੀਏ। ਜਿਹੜਾ ਐਨੈਕਸਿਸ ਬਣਿਆ ਹੋਇਆ ਜੀ ਸਰਕਾਰਾਂ ਦਾ, ਵੱਡੇ ਵੱਡੇ ਘਰਾਣਿਆਂ ਦਾ, ਉਹਨਾਂ ਨੂੰ ਤੋੜਿਆ ਜਾ ਸਕੇ। ਜਦੋਂ ਦਾ ਪੂਰੇ ਭਾਰਤ ਦੇ ਵਿੱਚ ਲੋਕਡਾਊਨ ਲੱਗਿਆ, ਹਰੇਕ ਚੀਜ਼ਾਂ ਦੀ ਕਮੀ ਆਣੀ ਸ਼ੁਰੂ ਹੋ ਚੁੱਕੀ ਸੀ। ਪੰਜਾਬ ਦੇ ਵਿੱਚ ਵੀ ਕਰਫਿਊ ਜਦੋਂ ਦਾ ਜਾਰੀ ਸੀਗਾ, ਹਰੇਕ ਚੀਜ਼ ਦੀ ਕਮੀ ਆਣੀ ਸ਼ੁਰੂ ਹੋ ਗਈ ਸੀ। ਹਰੇਕ ਚੀਜ਼ਾਂ ਦੇ ਰੇਟ ਵੱਧ ਗਏ ਸੀਗੇ, ਚਾਹੇ ਉਹ ਰਾਸ਼ਨ ਦਾ ਸਮਾਨ ਹੋਵੇ, ਚਾਹੇ ਦਵਾਈਆਂ ਹੋਣ, ਜਾਂ ਚਾਹੇ 2 ਰੁਪਏ ਵਾਲਾ ਮਾਸਕ ਅੱਜ 12-12, 13-13 ਰੁਪਏ, 15-15 ਰੁਪਏ ਵਿਕ ਰਿਹਾ, ਉਹਨਾਂ ਦੇ ਵੀ ਰੇਟ ਵਧਾ ਦਿੱਤੇ ਗਏ ਸੀ। ਕਾਲਾ ਬਾਜ਼ਾਰੀ ਇੰਨੀ ਚਰਮ ਸੀਮਾ ਤੇ ਪਹੁੰਚ ਚੁੱਕੀ ਸੀ। ਜੇ ਆਪਾਂ ਪੁਰਾਣੀ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨਾ ਸ਼ੁਰੂ ਕੀਤਾ ਸੀ 13-13 ਕਹਿ ਕੇ, ਜਿਸ ਨੂੰ ਆਪਾਂ ਅੰਗਰੇਜ਼ੀ 'ਚ ਇੱਕ ਨੋ ਪ੍ਰੋਫਿਟ ਸ਼ਾਪ ਵੀ ਕਹਿ ਦਿੰਦੇ ਹਾਂ। ਤਾਂ ਉਦੋਂ ਗੁਰੂ ਨਾਨਕ ਸਾਹਿਬ ਨੇ ਇਹ ਚਲਾਇਆ ਸੀ ਕਿ ਜਿਸ ਲੋੜਵੰਦ ਨੂੰ ਕੋਈ ਚੀਜ਼ ਚਾਹੀਦੀ ਹੈ ਉਹ ਆ ਕੇ ਲੈ ਸਕਦਾ। ਪਰ ਅੱਜ ਦੇ ਸਮੇਂ ਦੇ ਵਿੱਚ ਕਾਲਾ ਬਾਜ਼ਾਰੀ ਇੰਨੀ ਕੁ ਜ਼ਿਆਦਾ ਚਰਮ ਸੀਮਾ ਤੇ ਪਹੁੰਚ ਚੁੱਕੀ ਹੈ ਕਿ ਲੋਕਾਂ ਨੇ ਇੰਨੀ ਕੁ ਜ਼ਿਆਦਾ ਲੁੱਟ ਮਚਾ ਰੱਖੀ ਹੈ ਕਿ ਗਰੀਬ ਲੋਕਾਂ ਦਾ, ਲੋੜਵੰਦ ਲੋਕਾਂ ਦਾ ਬੁਰਾ ਹਾਲ ਹੈ। ਤਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ, ਉਹਨਾਂ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੁਧਿਆਣਾ ਤੋਂ ਸਿੱਖ ਵੈਲਫੇਅਰ ਕਾਉਂਸਲ ਦੇ ਬਲਜਿੰਦਰ ਸਿੰਘ ਜਿੰਦੂ ਜੀ ਨੇ ਇੱਕ ਨਵਾਂ ਇਨੀਸ਼ੀਏਟਿਵ ਲਿੱਤਾ। ਇੱਕ ਮੋਦੀਖਾਨਾ ਖੋਲ੍ਹਿਆ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਨੂੰ ਮੁੱਖ ਰੱਖਦੇ ਹੋਏ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿੰਦੂ ਜੀ, ਇਹ ਮੋਦੀਖਾਨੇ ਦਾ ਤੁਹਾਨੂੰ ਆਈਡੀਆ ਕਿਸ ਤਰ੍ਹਾਂ ਆਇਆ? ਹਾਲਾਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਹੁਤ ਸਾਲ ਪਹਿਲਾਂ ਹੀ ਇਹ ਸ਼ੁਰੂ ਕਰ ਦਿੱਤਾ ਸੀਗਾ, ਤੇ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੋੜ ਪਈ ਇਸ ਮੋਦੀਖਾਨੇ ਨੂੰ ਖੋਲ੍ਹਣ ਦੀ? ਤੁਸੀਂ ਬਿਲਕੁਲ ਠੀਕ ਕਹਿ ਰਹੀ ਵੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਵੀ ਗੱਲ ਕੀਤੀ ਸੀ ਨਾ, ਦੂਰ ਅੰਦੇਸ਼ੀ ਸੋਚ ਦਾ ਪ੍ਰਤੀਕ ਸੀ। ਗੁਰੂ ਨਾਨਕ ਸਾਹਿਬ ਨੇ ਦੁਨੀਆ 'ਚ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਦੇ ਬਾਰੇ ਪਹਿਲਾਂ ਹੀ ਦੱਸਤਾ ਸੀ ਵੀ ਕੀ ਹੋਣਾ। ਉਸੇ ਸੋਚ ਨੂੰ ਰੱਖ ਕੇ ਗੁਰੂ ਸਾਹਿਬ ਨੇ ਬਾਣੀ ਵੀ ਉਚਾਰਨ ਕੀਤੀ ਹੈ ਤੇ ਉਵੇਂ ਦੇ ਕੰਮ ਵੀ ਕਰਕੇ ਦਿਖਾਏ। ਗੁਰੂ ਨਾਨਕ ਸਾਹਿਬ ਨੇ 13-13 ਤੋਲ ਕੇ ਇਹ ਸਾਬਤ ਕੀਤਾ ਸੀ ਵੀ ਹਰੇਕ 'ਚ ਜੋਤ ਇੱਕ ਹੈ, ਪਰਮਾਤਮਾ ਇੱਕ ਹੈ, ਤੇ ਪਰਮਾਤਮਾ ਦੀ ਬਣਾਈਆਂ ਚੀਜ਼ਾਂ ਨੇ, ਪਰਮਾਤਮਾ ਦੀ ਦਿੱਤੀ ਦਾਤ ਹੈ, ਤੇ ਲੈਣਾ ਕਿਹਦੇ ਕੋਲ ਪ੍ਰੋਫਿਟ ਹੈ। ਤੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਹਰ 'ਚ ਪਰਮਾਤਮਾ ਦਿਖਦਾ ਤੇ ਮੈਂ ਨਹੀਂ ਕਿਸੇ ਤੋਂ ਕਮਾਈ ਕਰਨੀ। 13-13 ਤੋਲਿਆ ਸੀ ਵੀ ਸਭ ਤੇਰਾ ਹੀ ਹੈ। ਉਸ ਸੋਚ ਨੂੰ ਅਸੀਂ ਪੜ੍ਹਦੇ ਜ਼ਰੂਰ ਸੀ, ਪਰ ਇੰਪਲੀਮੈਂਟ ਕਰਨ ਦਾ ਕਦੇ ਮੌਕਾ ਨਹੀਂ ਸੀ ਲੱਗਿਆ। ਪੜ੍ਹਿਆ ਸੁਣਿਆ ਬਹੁਤ ਕੁਝ, ਸਾਰੀ ਦੁਨੀਆ ਸੁਣਦੀ ਹੈ, ਪਰ ਇਹ ਸੀ ਵੀ ਇੰਪਲੀਮੈਂਟ ਨਹੀਂ ਕਰਨ ਦਾ ਲੱਗਿਆ। ਪਰ ਜਦੋਂ ਦਾ ਇਹ ਲੋਕਡਾਊਨ ਸ਼ੁਰੂ ਹੋਇਆ, ਲੋਕਡਾਊਨ ਸ਼ੁਰੂ ਹੁੰਦਿਆਂ ਸਾਰਾ ਹੀ ਦੇਖਿਆ ਵੀ ਬੜੀ ਤਰ੍ਹਾਂ ਦੀਆਂ ਲੋਕਾਂ ਨੂੰ ਮੁਸ਼ਕਲਾਂ ਆਈਆਂ। ਸਾਰੀ ਦੁਨੀਆ ਖੜ ਗਈ, ਸਾਰੇ ਕੰਮਕਾਰ ਖੜ ਗਏ। ਨਹੀਂ ਖੜਿਆ ਤੇ ਕਾਲਾ ਬਾਜ਼ਾਰੀ ਦਾ ਧੰਦਾ ਨਹੀਂ ਖੜਿਆ। ਉਹ ਜਿੰਨੀ ਦਫ਼ਤਾਰ ਨਾਲ ਦੁਨੀਆ ਰੁਕੀ,
ਦੁੱਗਣੀ ਰਫ਼ਤਾਰ ਨਾਲ ਕਾਲਾ ਬਾਜ਼ਾਰੀ ਦਾ ਧੰਦਾ ਜਿਹੜਾ ਹੈ ਉਹ ਚੱਲਿਆ। ਅਸੀਂ ਸੋਚਿਆ ਵੀ ਇਹਨੂੰ ਕੀ ਕਰੀਏ। ਜਦੋਂ ਕਾਲਾ ਬਾਜ਼ਾਰੀ ਦੇ ਧੰਦੇ ਨੂੰ ਨੱਥ ਪਾਉਣ ਦਾ ਜ਼ਿਕਰ ਕੀਤਾ ਤੇ ਫਿਰ ਇੱਕੋ ਇੱਕ ਰਟਿਆ ਜਵਾਬ ਵੀ ਪ੍ਰਸ਼ਾਸਨ ਕੋਲ ਜਾਓ, ਸਰਕਾਰਾਂ ਕੋਲ ਜਾਓ। ਤੇ ਤੁਹਾਨੂੰ ਪਤਾ ਵੀ ਸਰਕਾਰਾਂ ਤੇ ਪ੍ਰਸ਼ਾਸਨ ਜੇ ਇਹ ਆਪਣੀ ਇਮਾਨਦਾਰੀ ਨਾਲ ਕੰਮ ਕਰਦੇ ਹੁੰਦੇ ਤੇ ਕਾਲਾ ਬਾਜ਼ਾਰੀ ਹੋ ਹੀ ਨਹੀਂ ਸਕਦੀ ਸੀ। ਬਾਕੀ ਦੇਸ਼ਾਂ ਦੇ ਵਿੱਚ ਵੀ ਇਹ ਦਿੱਕਤ ਨਹੀਂ ਆਈ, ਸਾਡੇ ਵੀ ਨਾ ਆਂਦੀ। ਸਾਡੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਕਾਲਾ ਬਾਜ਼ਾਰੀ ਦਾ ਧੰਦਾ ਚੱਲਿਆ। ਉਸ ਧੰਦੇ ਨੂੰ ਖਤਮ ਕਰਨ ਵਾਸਤੇ ਅਸੀਂ ਇਹ ਪ੍ਰੋਜੈਕਟ ਬਣਾਇਆ ਸੀ। ਮੋਦੀ ਖਾਨੇ 'ਚ ਤੁਸੀਂ ਕੀ ਜ਼ਰੂਰੀ ਵਸਤਾਂ ਰੱਖੀਆਂ ਨੇ ਲੋਕਾਂ ਵਾਸਤੇ ਜਿਨ੍ਹਾਂ ਨੂੰ ਤੁਸੀਂ ਬਿਲਕੁਲ ਜ਼ੀਰੋ ਪ੍ਰੋਫਿਟ ਤੇ ਜਿਹੜੀਆਂ ਤੁਸੀਂ ਉਹਨਾਂ ਨੂੰ ਦਿਓਗੇ? ਵੀਰ ਜੀ ਅਸੀਂ ਇੱਕ ਚੀਜ਼ ਬਣਾਈ ਹੈ ਵੀ ਮੋਦੀ ਖਾਨੇ ਦੇ ਵਿੱਚ ਇੱਕ ਤਾਂ ਦੇਖੋ ਲੋਕਡਾਊਨ ਦੇ ਵਿੱਚ ਦੋ ਚੀਜ਼ਾਂ ਆਈਆਂ, ਇੱਕ ਤੇ ਆਹਾਰ ਤੇ ਇੱਕ ਆਇਆ ਸੀ ਬੰਦੇ ਦੀ ਸਿਹਤ। ਆਹਾਰ ਦੇ ਲਈ ਬੜਿਆਂ ਲੋਕਾਂ ਨੇ ਰਾਸ਼ਨ ਵੰਡਿਆ, ਬਹੁਤ ਸੰਸਥਾਵਾਂ ਨੇ ਲੰਗਰ ਵੰਡੇ, ਧੰਨਵਾਦ ਸਾਰਿਆਂ ਦਾ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਸਾਰਿਆਂ ਨੇ ਸੇਵਾਵਾਂ ਕੀਤੀਆਂ। ਪਰ ਨਾਲ ਦੀ ਨਾਲ ਦਵਾਈਆਂ ਦੀ ਸੇਵਾਵਾਂ, ਜਿਵੇਂ ਪਿੱਛੇ ਜੇ ਬੜਾ ਰੌਲਾ ਪਿਆ PPE ਕਿੱਟਾਂ ਨੂੰ ਲੈ ਕੇ, ਮਾਸਕ ਨੂੰ ਲੈ ਕੇ, ਇਹ ਬੜਾ ਰੌਲਾ ਪੈ ਰਿਹਾ ਸੀਗਾ ਤੇ ਅਸੀਂ ਸੋਚਿਆ ਵੀ ਯਾਰ ਦਵਾਈਆਂ ਦੀ ਸੇਵਾਵਾਂ ਕੀਤੀਆਂ ਜਾਣ। ਉਹ ਕਿਵੇਂ ਕੀਤਾ? ਦਵਾਈਆਂ ਦੀ ਸੇਵਾਵਾਂ ਦੇ ਵਿੱਚ ਸਾਨੂੰ ਇਹ ਲੱਗਿਆ ਕਿ ਅਸੀਂ ਜੇ ਦਵਾਈ ਕਿਤੋਂ ਖਰੀਦਣ ਜਾਂਦੇ ਆ, ਇੱਕ ਤਾਂ ਸਾਨੂੰ ਖਰੀਦਣੀ ਨਹੀਂ ਆਉਂਦੀ, ਫਿਰ ਵੇਚਾਂਗੇ ਤੇ ਕਿਵੇਂ ਵੇਚਾਂਗੇ। ਫਿਰ ਉਦੋਂ ਬਾਅਦ ਇਹ ਸੀ ਵੀ ਇਹ ਕਿੰਨੇ ਚਿਰ ਲਈ, ਇਹ ਸਵਾਲ ਸੀ ਵੀ ਕਿੰਨੇ ਚਿਰ ਲਈ। ਫਿਰ ਮਨ 'ਚ ਆਇਆ ਵੀ ਨਹੀਂ ਇੱਕ ਪੱਕਾ ਕੰਮ ਕਰੀਏ। ਫਿਰ ਉਸ ਪੱਕੇ ਕੰਮ ਦੇ ਲਈ ਸਾਡੇ ਵੀਰਾਂ ਨਾਲ ਵਿਚਾਰ ਹੋਈ ਤੇ ਉੱਥੋਂ ਇਹ ਪ੍ਰੋਜੈਕਟ ਨਿਕਲਿਆ ਵੀ ਮੋਦੀ ਖਾਨਾ। ਮੋਦੀ ਖਾਨਾ ਮਤਲਬ ਕਿਹੜਾ? ਤਾਂ ਉਹ ਮਤਲਬ ਸਮਝਾਉਣ ਵਾਸਤੇ ਅੱਗੇ ਲਿਖਿਆ ਗੁਰੂ ਨਾਨਕ ਮੋਦੀ ਖਾਨਾ। ਸੋ ਸਿੱਖ ਵੈਲਫੇਅਰ ਕੌਂਸਲ ਵੱਲੋਂ ਗੁਰੂ ਨਾਨਕ ਮੋਦੀ ਖਾਨਾ ਲੁਧਿਆਣੇ ਦੇ ਪਵਿਲੀਅਨ ਮਾਲ ਜਿਹੜਾ ਚੌਂਕ ਹੈ, ਪੁਰਾਣੀ ਕਚਹਿਰੀ ਚੌਂਕ ਦੇ ਵਿੱਚ ਖੋਲ੍ਹਿਆ ਜਾ ਰਿਹਾ। ਇਹਦੇ ਵਿੱਚ ਅਸੀਂ ਜਿਹੜੀਆਂ ਵੀ ਜ਼ਰੂਰਤਮੰਦ ਦਵਾਈਆਂ ਨੇ, ਜਿਹੜੀਆਂ ਘਰਾਂ ਵਿੱਚ ਇਸਤੇਮਾਲ ਹੁੰਦੀਆਂ, ਆਮ ਰੂਟੀਨ ਦੇ ਵਿੱਚ ਮਰੀਜ਼ਾਂ ਨੂੰ ਚਾਹੀਦੀਆਂ, ਜਿਹੜੇ ਵੀ ਪਰਿਵਾਰ ਨੂੰ ਜਿਹੜੀ ਦਵਾਈ ਮੰਨ ਲਓ ਬਾਜ਼ਾਰ ਤੋਂ 15% ਜਾਂ 20% ਲੈਸ ਤੇ ਮਿਲਦੀ ਏ, ਸਾਡਾ ਯਤਨ ਹੋਊਗਾ ਅਸੀਂ ਜਿਹੜੇ ਭਾਅ ਤੇ ਉਹ ਦਵਾਈ ਖਰੀਦਾਂਗੇ ਮਾਰਕੀਟ 'ਚੋਂ, ਮੰਨ ਲਓ ਸਾਨੂੰ ਕੋਈ 25%, ਕੋਈ 30% ਜਾਂ ਕੋਈ 20%, ਹੋ ਸਕਦਾ 15%। ਅਸੀਂ ਇੱਕ ਚੀਜ਼ ਮੈਂ ਇੱਥੇ ਬਿਲਕੁਲ ਕਲੀਅਰ ਤੁਹਾਡੇ ਰਾਹੀਂ ਕਰਦੇ ਹਾਂ ਕਿ ਸਾਡੀ ਪਰਚੇਸ ਨਵੀਂ ਹੈ। ਸਾਡੇ 'ਚੋਂ ਬਾਏ ਪ੍ਰੋਫੈਸ਼ਨ ਮੈਡੀਸਨ ਨਾਲ ਡੀਲ ਕਰਨ ਵਾਲਾ ਕੋਈ ਨਹੀਂ। ਅਸੀਂ ਨਾਲ ਵੀਰ ਜੋੜ ਰਹੇ ਹਾਂ ਜਿਹੜੇ ਮੈਡੀਸਨ ਨਾਲ ਡੀਲ ਕਰਦੇ ਆ। ਅਸੀਂ ਇੱਕ ਗੱਲ ਦੀ ਜ਼ਿੰਮੇਵਾਰੀ ਕੱਲ ਸਵੇਰ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਅਰਦਾਸ ਕਰਨੀ ਹੈ, ਉੱਥੇ ਲੈਣੀ ਹੈ ਕਿ ਸੱਚਿਆ ਪਾਤਸ਼ਾਹ ਅਸੀਂ ਗਲਤੀ ਕਰ ਸਕਦੇ ਹਾਂ, ਗੁਨਾਹ ਨਹੀਂ ਕਰਨਾ। ਗਲਤੀ ਇਹ ਵੇ ਅਸੀਂ ਕੋਈ ਦਵਾਈ ਬਾਜ਼ਾਰੋਂ ਮਹਿੰਗੀ ਖਰੀਦ ਲਈ ਹੋਵੇ ਤੇ ਕਈ ਵਾਰ ਕੀ ਹੁੰਦਾ, ਕੋਈ ਸੱਜਣ ਕੋਈ ਦੁਸ਼ਮਣ ਉਹ ਕਹਦੇ ਜੀ ਮੈਂ ਤਾਂ ਸਸਤੀ ਖਰੀਦੀ ਹੈ, ਮੈਂ ਸਸਤੀ ਵੇਚ ਰਿਹਾ। ਇਦਾਂ ਦੀ ਡਿਫਿਕਲਟੀਜ਼ ਆ ਸਕਦੀਆਂ, ਪ੍ਰੋਬਲਮ ਆ ਸਕਦੀਆਂ। ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਜੋ ਭਾਅ ਖਰੀਦਾਂ, ਆਪਣੇ ਵੱਲੋਂ ਯਤਨ ਹੋਏਗਾ ਸਸਤੀ ਤੋਂ ਸਸਤੀ ਪਰਚੇਜ਼ ਕੀਤੀ ਜਾਵੇ, ਵਧੀਆ ਤੋਂ ਵਧੀਆ ਪਰਚੇਜ਼ ਕੀਤੀ ਜਾਵੇ। ਪਰ ਫਿਰ ਵੀ ਕਿਤੇ ਨਾ ਕਿਤੇ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ। ਸਾਡੇ ਤੋਂ ਗਲਤੀ ਹੋ ਸਕਦੀ, ਪਰ ਅਸੀਂ ਜੋ ਭਾਅ ਖਰੀਦਾਂਗੇ ਯਤਨ ਕਰਕੇ ਉਹ ਭਾਅ ਹੀ ਅਸੀਂ ਸੰਗਤ ਤੱਕ ਪਹੁੰਚਾਵਾਂਗੇ। ਜਿੰਦੂ ਜੀ ਤੁਸੀਂ ਕੋਈ ਫਾਰਮਾਸਿਊਟੀਕਲ ਦੀ ਡਿਗਰੀ ਕੀਤੀ ਹੋਈ ਹੈ ਜਿਹੜਾ ਤੁਹਾਨੂੰ ਪਤਾ ਲੱਗੇ ਵੀ ਕਿਹੜੀ ਦਵਾਈ ਕਿਸ ਚੀਜ਼ ਲਈ ਯੂਜ਼ ਹੈ, ਜਾਂ ਕੋਈ ਪਰਚੀ ਲੈ ਕੇ ਆਂਦਾ ਆਪਣੀ ਦਵਾਈਆਂ ਦੀ? ਅਕਸਰ ਹੁੰਦਾ ਕਿ ਆਮ ਬੰਦਾ ਦਵਾਈਆਂ ਵਾਲੀ ਪਰਚੀ ਡਾਕਟਰ ਦੀ ਲਿਖੀ ਨਹੀਂ ਪੜ੍ਹ ਸਕਦਾ, ਤੇ ਤੁਸੀਂ ਕੋਈ ਫਾਰਮਾਸਿਊਟੀਕਲ ਕੀਤੀ ਹੈ ਡਿਗਰੀ? ਤੁਹਾਨੂੰ ਕਿਵੇਂ ਪਤਾ ਲੱਗੂਗਾ ਕਿਹੜੀ ਦਵਾਈ ਕਿਹਨੂੰ ਦੇਣੀ ਹੈ, ਜਾਂ ਪਰਚੀ ਤੇ ਡਾਕਟਰ ਨੇ ਕਿਹੜੀ ਦਵਾਈ ਲਿਖ ਕੇ ਦਿੱਤੀ ਹੈ? ਨਹੀਂ, ਮੈਂ ਫਾਰਮਾਸਿਊਟੀਕਲ ਤੇ ਨਹੀਂ ਕੀਤੀ, ਪਰ ਮੈਂ 1430 ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਡਿਗਰੀ ਜ਼ਰੂਰ ਕੀਤੀ ਹੈ। ਉਹ ਮੈਂ ਡਿਗਰੀ ਕਹਿ ਬੈਠਾ ਵੀ ਇੱਕ ਵਾਰ ਸਹਿਜ ਪਾਠ ਸੰਪੂਰਨ ਗੁਰੂ ਸਾਹਿਬ ਨੇ ਸੇਵਾ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਹੈ, ਉਹਦੇ ਨਾਲ ਜਿੰਨੀ ਕੁ ਸਮਝ ਹੈ ਉਹ ਜੀਵਨ ਦੇ ਵਿੱਚ ਇੰਪਲੀਮੈਂਟ ਕਰਨ ਦਾ ਯਤਨ ਕਰ ਰਹੇ ਹਾਂ। ਬਾਕੀ ਰਹੀ ਡਿਗਰੀ ਦੀ ਗੱਲ, ਉਹ ਸਾਡੇ ਨਾਲ ਵੀਰ ਅਸੀਂ ਜੋੜਿਆ ਜਿਨ੍ਹਾਂ ਨੇ ਫਾਰਮਾਸਿਊਟੀਕਲ, ਜਿਨ੍ਹਾਂ ਦੇ ਆਲਰੇਡੀ ਕੰਪਨੀ ਚੱਲ ਵੀ ਰਹੀ ਹੈ, ਉਹ ਜੋੜ ਰਹੇ ਨੇ। ਹੋਰ ਵੀ ਬੜੇ ਲੋਕ, ਮਤਲਬ ਤੁਹਾਡੇ ਮਾਧਿਅਮ ਰਾਹੀਂ ਇੱਕ ਦੋ ਵਾਰੀ ਪਹਿਲਾਂ ਵੀ ਇੰਟਰਵਿਊ ਹੋਈ, ਬਹੁਤ ਦੁਨੀਆ ਸੰਪਰਕ ਕਰ ਰਹੀ ਹੈ। ਅੱਜ ਜਿਹੜਾ ਵੀਰ ਨਾਲ ਖੜਾ ਉਹਨੇ ਡਿਗਰੀ ਵੀ ਕੀਤੀ, ਉਹ ਅੱਜ ਪਹਿਲੇ ਦਿਨ ਸਾਡੇ ਕੋਲ ਆਇਆ ਵੀਰ ਸਾਡਾ, ਉਹ ਕਹਿੰਦਾ ਮੈਂ ਨਾਲ ਲੱਗ ਕੇ ਸੇਵਾ ਕਰਨੀ ਹੈ। ਸੋ ਇਹਨਾਂ ਦੇ ਸਹਿਯੋਗ ਨਾਲ ਪੜ੍ਹੇ ਲਿਖੇ ਡਾਕਟਰ ਸਾਹਿਬਾਨ ਕਈ ਅਪਰੋਚ ਕਰ ਰਹੇ ਆ, ਜਿਹੜੇ ਕਹਿੰਦੇ ਕਿ ਅਸੀਂ ਇੱਥੇ ਬੈਠ ਕੇ ਫ੍ਰੀ ਮਰੀਜ਼ ਵੀ ਟੈਸਟ ਕਰਾਂਗੇ, ਹਫ਼ਤੇ 'ਚ ਇੱਕ ਦਿਨ ਲਿਆ ਕਰਾਂਗੇ। ਜਦੋਂ ਮਰੀਜ਼ਾਂ ਦਾ ਫ੍ਰੀ ਚੈੱਕਅਪ ਹੋਏਗਾ ਉਹਨਾਂ ਨੂੰ ਇੱਥੋਂ ਦਵਾਈ ਮਿਲੇਗੀ। ਸੋ ਸੰਗਤ ਦੇ ਸਹਿਯੋਗ ਨਾਲ ਜੋ ਕਾਨੂੰਨ ਕਹਿੰਦਾ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਇਹ ਡਰੱਗ ਸਟੋਰ ਚਲਾਵਾਂਗੇ। ਪ੍ਰਿੰਸ ਜੀ, ਤੁਸੀਂ ਲਗਾਤਾਰ ਸਿੱਖ ਵੈਲਫੇਅਰ ਕਾਉਂਸਲ ਦੇ ਨਾਲ ਜੁੜੇ ਹੋਏ ਹੋ, ਤੇ ਤੁਹਾਨੂੰ ਦਿਲ ਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸੇਵਾ ਕਰਦੇ ਹੋ? ਬਿਲਕੁਲ ਜੀ, ਇਦੋਂ ਪਹਿਲਾਂ ਮੇਰਾ ਪੋਲੀਟੀਕਲ ਥੋੜਾ ਜਿਹਾ ਬੈਕਗ੍ਰਾਉਂਡ ਰਿਹਾ ਵਾ, ਪਰ ਜਦੋਂ ਦੇ ਸੇਵਾ ਵਿੱਚ ਜੁੜੇ ਆ ਇੱਕ ਮਨ ਨੂੰ ਸੰਤੁਸ਼ਟੀ ਆ ਜੀ। ਪਹਿਲਾਂ ਤਾਂ ਐਵੇਂ ਹੀ ਧੱਕੇ ਖਾਂਦੇ ਰਹੇ ਆ, ਕਦੇ ਕਿਹਦੀ ਬਾਂਹ ਫੜ ਲਈ, ਕਦੇ ਕਿਹਦੀ ਲੱਤ ਫੜ ਲਈ। ਯਕੀਨ ਮੰਨਿਓ ਜਿੱਦਾਂ ਦਾ ਇਸ ਕਨਸੈਪਟ ਨਾਲ ਜੁੜੇ ਆ ਨਾ, ਰਾਤ ਨੂੰ ਨੀਂਦ ਇੰਨੀ ਕੁ ਵਧੀਆ ਆ ਰਹੀ ਹੈ ਨਾ। ਪਹਿਲਾਂ ਤਾਂ ਸਾਨੂੰ ਇਹੀ ਹੁੰਦਾ ਸੀ ਯਾਰ ਇਧਰੋਂ ਲੀਡਰ ਦਾ ਫੋਨ ਆ ਗਿਆ, ਉਧਰੋਂ ਲੀਡਰ ਦਾ ਫੋਨ ਆ ਗਿਆ। ਬਹੁਤ ਸੰਤੁਸ਼ਟੀ ਵਾਲਾ ਕੰਮ ਆ ਜੀ। ਜਿੱਦਾਂ ਅਸੀਂ ਲੋਕਾਂ ਨੂੰ ਸਰਵ ਕਰਾਂਗੇ, ਇਦਾਂ ਹੀ ਕੋਸ਼ਿਸ਼ ਕਰਾਂਗੇ ਅੱਗੇ ਦੀ ਅੱਗੇ ਹੋਰ ਕਨਸੈਪਟ ਨਵੇਂ ਲੈ ਕੇ ਆਈਏ, ਬਲੈਕ ਮਾਰਕੀਟਿੰਗ ਨੂੰ ਖਤਮ ਕਰੀਏ। ਜਿਹੜਾ ਅਨੈਕਸਿਸ ਬਣਿਆ ਹੋਇਆ ਜੀ ਸਰਕਾਰਾਂ ਦਾ,
ਵੱਡੇ ਵੱਡੇ ਘਰਾਣਿਆਂ ਦਾ ਉਹਨਾਂ ਨੂੰ ਤੋੜਿਆ ਜਾ ਸਕੇ। ਪ੍ਰਿੰਸ ਜੀ, ਇਸ ਮੋਦੀ ਖਾਨੇ ਨੂੰ ਚਲਾਉਣ ਵਾਸਤੇ ਦਵਾਈਆਂ ਲਿਆਉਣ ਵਾਸਤੇ ਕਾਫੀ ਜ਼ਿਆਦਾ ਫੰਡ ਦੀ ਲੋੜ ਪੈਂਦੀ ਹੈ, ਪੈਸੇ ਲੱਗਦੇ ਨੇ। ਇਹ ਫਿਰ ਸਾਰਾ ਫੰਡ ਤੁਸੀਂ ਕਿੱਥੋਂ ਇਕੱਠਾ ਕਰ ਰਹੇ ਹੋ? ਫੰਡ ਦੀ ਦਿੱਕਤ ਤਾਂ ਦੇਖੋ ਸ਼ੁਰੂ ਤੋਂ ਹਰੇਕ ਕੋਈ ਵੀ ਪ੍ਰੋਜੈਕਟ ਆਪਾਂ ਸ਼ੁਰੂ ਕਰੀਏ ਉਹ 'ਚ ਆਪਾਂ ਨੂੰ ਫੰਡ ਦੀ ਲੋੜ ਤਾਂ ਹੁੰਦੀ ਆ। ਤੁਹਾਡੇ ਮੇਰੇ ਵਰਗੇ ਵੀਰ ਬਹੁਤ ਗੁਰੂ ਨਾਨਕ ਨਾਮ ਲੇਵਾ ਸੰਗਤ ਸਾਡੇ ਨਾਲ ਜੁੜੀ ਹੋਈ ਆ। ਸੋ ਇੱਕ ਪ੍ਰੋਜੈਕਟ ਨੂੰ ਲੈ ਕੇ ਚੱਲੇ ਆ ਗੁਰੂ ਨਾਨਕ ਸਾਹਿਬ ਦੇ, ਗੁਰੂ ਨਾਨਕ ਸਾਹਿਬ ਆਪ ਮੋਹਰੀ ਹੋ ਕੇ ਹੀ ਸਾਰਾ ਕੁਝ ਸੇਵਾ ਲੈਣਗੇ ਜੀ। ਜਿੰਦੂ ਜੀ, ਇੱਕ ਸਵਾਲ ਆ ਤੁਹਾਡੇ ਨਾਲ ਤੁਹਾਨੂੰ ਮੇਰਾ। ਤੁਸੀਂ ਇੰਨੇ ਚੰਗੇ ਕੰਮ ਕਰਦੇ ਹੋ, ਸਿੱਖ ਵੈਲਫੇਅਰ ਕਾਉਂਸਲ ਹੈ, ਕਦੀ ਸੁੱਕਾ ਰਾਸ਼ਨ ਵੰਡਦੀ ਹੈ, ਕਦੀ ਸਬਜ਼ੀਆਂ ਦੀ ਸੇਵਾ ਕਰਦੀ ਹੈ, ਲਗਾਤਾਰ ਨਿਰੰਤਰ ਤੁਹਾਡੀ ਸੇਵਾ ਜਾਰੀ ਰਹਿੰਦੀ ਹੈ। ਪਰ ਪਿੱਛੇ ਜੇ ਕੁਝ ਵੀਡੀਓਜ਼ ਜਿਹੜੀਆਂ ਆਈਆਂ ਨੇ ਲੁਧਿਆਣੇ ਵਿੱਚ ਕੋਈ ਗੁੰਡਾਗਰਦੀ ਦੀਆਂ, ਤੇ ਤੁਹਾਨੂੰ ਗੈਂਗਸਟਰਾਂ ਤੋਂ ਧਮਕੀਆਂ ਵੀ ਸੁਣਨ 'ਚ ਆਇਆ ਕਿ ਮਿਲ ਰਹੀਆਂ ਨੇ। ਜਦ ਇੰਨਾ ਚੰਗਾ ਤੁਸੀਂ ਕੰਮ ਕਰ ਰਹੇ ਹੋ ਤਾਂ ਸਰਕਾਰ ਤੁਹਾਡੇ ਵਾਸਤੇ ਕੀ ਕਰ ਰਹੀ ਹੈ? ਵੀਰ ਜੀ, ਮੈਂ ਸੋਚਦਾ ਵੀ ਸਰਕਾਰ ਕੇਵਲ ਕਹਿਣ ਮਾਤਰ ਹੀ ਹੈ। ਸਰਕਾਰ ਜੋ ਕਰ ਰਹੀ ਹੈ ਉਹ ਆਮ ਲੋਕਾਂ ਨੂੰ ਪਤਾ ਹੈ। ਬਾਕੀ ਜਿੱਥੋਂ ਤੱਕ ਗੱਲ ਹੈ ਜੀ ਕੰਮ ਕਰਨ ਦੀ, ਅਸੀਂ ਕੰਮ ਕਰਦੇ ਹਾਂ ਆਪਣੇ ਮਨ ਦੀ ਖੁਸ਼ੀ ਲਈ, ਪ੍ਰਮਾਤਮਾ ਦੇ ਦਿੱਤੇ ਉਪਦੇਸ਼ ਤੇ ਪਹਿਰਾ ਦੇਣ ਲਈ। ਜਦੋਂ ਸੰਗਤ ਲਈ ਕੰਮ ਕਰਦੇ ਆ ਨਾ, ਜਿਹੜਾ ਸੰਗਤ ਪਿਆਰ ਕਰਦੀ ਹੈ, ਅਸੀਸਾਂ ਦਿੰਦੀ ਹੈ, ਉਹਦਾ ਕੋਈ ਮੁੱਲ ਨਹੀਂ ਵਾਹਿਗੁਰੂ। ਦੂਸਰੀ ਗੱਲ ਇਹ ਵੇ ਵੀ ਅਸੀਂ ਕੱਲ ਸਵੇਰ 11 ਵਜੇ ਇੱਥੇ ਨਾਲ ਸਾਡੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ, ਇੱਥੇ ਅਰਦਾਸ ਕਰਨੀ ਹੈ। ਸਾਰੇ ਵੀਰ ਇਕੱਠੇ ਹੋਵਾਂਗੇ। ਅਕਾਲ ਤਖਤ ਸਾਹਿਬ ਤੋਂ 5 ਪਿਆਰੇ ਆਉਣਗੇ, ਉਹ ਆ ਕੇ ਇੱਥੇ ਅਰਦਾਸ ਕਰਨਗੇ। ਪਹਿਲੀ ਪਰਚੇਜ਼ ਉਹਨਾਂ ਤੋਂ ਕਰਾਵਾਂਗੇ, ਉਹਨਾਂ ਨੂੰ ਸੇਲ ਕਰਾਂਗੇ। ਉਹ ਅਸੀਂ ਕਰ ਰਹੇ ਹਾਂ। ਸਾਡਾ ਕਨਸੈਪਟ ਗੁਰਮਤਿ ਦੇ ਆਧਾਰ ਤੇ ਆ। ਸਾਡੀ ਜਥੇਬੰਦੀ ਦਾ ਮਿਸ਼ਨ ਕੇਵਲ ਸੇਵਾ ਹੈ। ਅਸੀਂ ਬਾਰ-ਬਾਰ ਇਹ ਗੱਲ ਕਹਿੰਦੇ ਆ ਵੀ ਸਿੱਖ ਵੈਲਫੇਅਰ ਕਾਉਂਸਲ ਗਲਤੀ ਕਰੇ, ਉਹਦੀ ਬਦਨਾਮੀ ਹੋਵੇ, ਸਾਨੂੰ ਕੋਈ ਪਰਵਾਹ ਨਹੀਂ, ਅਸੀਂ ਕਰ ਸਕਦੇ ਹਾਂ। ਪਰ ਜਦੋਂ ਗੁਰੂ ਨਾਨਕ ਮੋਦੀ ਖਾਨਾ ਆ ਗਿਆ, ਉਹਦੇ 'ਚ ਨਾ ਕਮੀ ਹੋਵੇ ਤੇ ਨਾ ਕੋਈ ਗਲਤੀ ਕਰੇ, ਇਸ ਗੱਲ ਲਈ ਸਾਰੇ ਅਸੀਂ ਬਹੁਤ ਸੁਚੇਤ ਹਾਂ। ਬਾਕੀ ਰਹੀ ਗੱਲ ਗੈਂਗਸਟਰਾਂ ਦੀ, ਦੇਖੋ ਸਿੱਖ ਵੈਲਫੇਅਰ ਕਾਉਂਸਲ ਜਥੇਬੰਦੀ ਲੋਕਾਂ ਨੇ ਜੁੜਾਈ ਹੈ, ਲੋਕਾਂ ਨੇ ਬਣਾਈ ਹੈ, ਲੋਕਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ, ਸੰਗਤ ਜੁੜੀ ਹੋਈ ਹੈ। ਤੇ ਜਿੱਥੇ ਵੀ ਕਿਤੇ ਕੋਈ ਧੱਕਾ ਹੁੰਦਾ ਹੈ, ਕੋਈ ਨਾ ਇਨਸਾਫੀ ਹੁੰਦੀ ਹੈ, ਜੇ ਗੁਰੂ ਨਾਨਕ ਗੁਰਮਤ ਦੀ ਗੱਲ ਕਰਦਾ ਕਰਦਾ ਰਾਜੇ ਬਾਬਰ ਨੂੰ ਕਹਿੰਦਾ ਤੂੰ ਜਾਬਰ ਏ, ਤੇ ਉਹ ਵੀ ਗੁਰਮਤ ਏ। ਤੇ ਇਸੇ ਤਰੀਕੇ ਜੇ ਕਿਸੇ ਧੀ ਭੈਣ ਨਾਲ ਅਤਿਆਚਾਰ ਹੁੰਦਾ, ਉਹਦੇ ਕੱਪੜੇ ਪਾੜਦੇ ਆ, ਕਿਸੇ ਘਰ ਤੇ ਹਮਲਾ ਹੁੰਦਾ, ਕੋਈ ਉਹਦੀ ਬਾਹ ਨਹੀਂ ਫੜਦਾ, ਪੁਲਿਸ ਉਹਦੇ ਤੇ ਪਹਿਰਾ ਨਹੀਂ ਦਿੰਦੀ, ਪ੍ਰਸ਼ਾਸਨ ਨਹੀਂ ਦਿੰਦਾ, ਨਾ ਦਵੇ, ਘੱਟੋ ਘੱਟ ਸਿੱਖ ਵੈਲਫੇਅਰ ਕਾਉਂਸਲ ਉਹਦੇ ਲਈ ਹਾਂ ਦਾ ਨਾਰਾ ਜ਼ਰੂਰ ਮਾਰੇਗੀ। ਪਹਿਲਾਂ ਵੀ ਮਾਰਿਆ, ਗਾਂ ਵੀ ਮਾਰਾਂਗੇ। ਤੇ ਸਰਕਾਰ ਦੀ ਗੱਲ ਇਹ ਵੇ ਵੀ ਕੱਲ ਪੁਲਿਸ ਦੇ ACP ਦੀ ਮੌਜੂਦਗੀ 'ਚ, ਸਰਕਾਰ ਦੇ ਕਾਉਂਸਲਰ ਦੀ ਮੌਜੂਦਗੀ 'ਚ ਇੱਕ ਗੈਂਗਸਟਰ ਮੈਨੂੰ ਫੋਨ ਕਰਕੇ ਕਹਿੰਦਾ ਵੀ ਤੇਰਾ ਨੁਕਸਾਨ ਕਰਨਾ, ਜਾਂ ਜੋ ਵੀ ਉਹਨੇ ਕਿਹਾ। ਤੇ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਵੀਰ ਜੀ, ਇਹ ਸੇਵਾ ਸੰਗਤ ਦੀ ਚੱਲ ਰਹੀ ਹੈ, ਅਸੀਂ ਕਰਨੀ ਹੈ। ਇੱਕ ਛੱਡ ਕੇ ਭਾਵੇਂ 100 ਫੋਨ ਆ ਜੇ, ਪਰਵਾਹ ਨਹੀਂ। ਪਰ ਸਰਕਾਰ ਜਿਹੜੀ ਹੈ ਬਿਲਕੁਲ ਸੁਚੇਤ ਨਹੀਂ, ਉਹ ਸਪੋਰਟ ਕਰਦੀ ਉਹਨਾਂ ਲੋਕਾਂ ਨੂੰ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ, ਯਾਰ ਜੇ ਤੁਸੀਂ ਚਾਹੁੰਦੇ ਜੇ ਕਿ ਇਹ ਸੇਵਾਵਾਂ ਨਾ ਹੋਣ, ਜੇ ਤੁਸੀਂ ਚਾਹੁੰਦੇ ਜੇ ਵੀ ਲੋਕਾਂ ਨੂੰ ਸਹੂਲਤਾਂ ਨਾ ਮਿਲਣ, ਤੇ ਸਿੱਧੀ ਗੋਲੀ ਮਾਰ ਦਿਓ ਮੇਰੇ। ਸਿੱਧੀ ਗੋਲੀ ਕਿਉਂ ਨਹੀਂ ਮਾਰਦੇ? ਕਿਉਂ ਮੈਨੂੰ ਆਪਣੇ ਕੋਲ ਬਿਠਾ ਕੇ ਇਹਨਾਂ ਗੈਂਗਸਟਰਾਂ ਤੋਂ ਫੋਨ ਕਰਵਾਉਂਦੇ ਹੋ, ਧਮਕੀਆਂ ਦਿਵਾਉਂਦੇ ਹੋ? ਇਹਦਾ ਮਤਲਬ ਇਹੀ ਹੈ ਨਾ, ਤੁਸੀਂ ਮਰਵਾਉਣਾ ਚਾਹੁੰਦੇ ਜੇ ਜਾਂ ਡਰਾਉਣਾ ਚਾਹੁੰਦੇ ਜੇ। ਮਰਵਾਉਣਾ ਤਾਂ ਪਰਮੇਸ਼ਵਰ ਦੇ ਹੱਥ ਹੈ। ਜਿੱਥੋਂ ਤੱਕ ਡਰਾਉਣ ਦਾ ਕਨਸੈਪਟ ਹੈ, ਤੇ ਜਿੰਨਾ ਚਿਰ ਗੁਰੂ ਨਾਨਕ ਦੀ ਬਾਣੀ ਪੜ੍ਹਦੇ ਆ, ਉਹਦੇ ਨਾਲ ਉਹਦੇ ਨਿਯਮਾਂ ਤੇ ਪਹਿਰਾ ਦੇ ਕੇ ਸੇਵਾ ਕਰਦੇ ਆ, ਮੈਨੂੰ ਨਹੀਂ ਲੱਗਦਾ ਵੀ ਗੁਰੂ ਸਾਹਿਬ ਕਹਿੰਦੇ ਨਿਰਭਉ ਜਪੈ ਸਗਲ ਭਾਉ ਮਿਟੈ। ਤੇ ਅਸੀਂ ਤਾਂ ਨਿਰਭਉ ਨੂੰ ਜਪਣਾ, ਤੇ ਡਰਾਉਣ ਵਾਲੀ ਗੱਲ ਤੇ ਖਤਮ ਹੈ। ਬਾਕੀ ਜਿੱਥੋਂ ਤੱਕ ਗੱਲ ਸਰਕਾਰ ਦੀ ਹੈ, ਇਸ ਪ੍ਰੋਜੈਕਟ ਦੇ ਵਿੱਚ ਸਾਨੂੰ ਨਾ ਕਿਸੇ ਨੇ ਸਹਿਯੋਗ ਕੀਤਾ, ਤੇ ਨਾ ਹੀ ਅਸੀਂ ਇਹਨਾਂ ਕੋਲੋਂ ਮੰਗਣ ਜਾਣਾ। ਸੰਗਤ ਤੋਂ ਸਹਿਯੋਗ ਮੰਗਦੇ ਆ, ਸੰਗਤ ਸਹਿਯੋਗ ਕਰ ਰਹੀ ਆ। ਗੁਰੂ ਕਿਰਪਾ ਕਰੂ, ਰਲ ਮਿਲ ਕੇ ਸਾਰੇ ਸੇਵਾ ਕਰਾਂਗੇ ਜੀ। ਅੱਜ ਤੁਸੀਂ ਇਹ ਮੋਦੀ ਖਾਨੇ ਦੀ ਸ਼ੁਰੂਆਤ ਕਰਨ ਜਾ ਰਹੇ ਹੋ, ਤੁਹਾਡੇ ਕੋਲ ਇਹ ਉਹੀ ਗੱਲ ਹੈ ਕਿ ਹਰੇਕ ਕੰਮ ਸ਼ੁਰੂ ਕਰਨ ਨੂੰ ਪੈਸਾ ਲੱਗਦਾ ਹੀ ਲੱਗਦਾ। ਤੁਸੀਂ ਅੱਜ ਦਵਾਈਆਂ ਦੀ ਲੈ ਕੇ ਆਏ ਹੋ, ਤੁਸੀਂ ਮੋਦੀ ਖਾਨਾ ਸ਼ੁਰੂ ਕੀਤਾ, ਤਾਂ ਉਹਦੇ ਲਈ ਵੀ ਪੈਸਾ ਤਾਂ ਲੱਗਿਆ ਹੀ ਲੱਗਿਆ। ਅੱਜ ਤੁਹਾਡੇ ਕੋਲ ਪੈਸਾ ਸੀਗਾ, ਤੁਸੀਂ ਮੋਦੀ ਖਾਨਾ ਚਾਲੂ ਕਰਤਾ, ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਤੁਹਾਡੇ ਕੋਲ ਨਹੀਂ ਕੋਈ ਸਹਿਯੋਗ ਕਰਦਾ ਤੁਹਾਡੇ ਨਾਲ, ਨਹੀਂ ਤੁਹਾਡੇ ਕੋਲ ਫੰਡ ਇਕੱਠਾ ਕਰਦਾ, ਫਿਰ ਇਹ ਮੋਦੀ ਖਾਨਾ ਕੀ ਫਿਊਚਰ ਰਹੇਗਾ ਇਹਦਾ? ਬਹੁਤ ਸੋਹਣਾ ਸਵਾਲ ਕੀਤਾ ਜੀ। ਮੈਨੂੰ ਸਾਰੇ ਵੀਰ ਕਹਿੰਦੇ ਸੀ, ਤੁਹਾਡੇ ਵਰਗੇ ਇੱਕ ਵੀਰ ਨੇ ਸਲਾਹ ਦਿੱਤੀ ਵੀ ਯਾਰ ਆਪਾਂ ਸਸਤਾ ਮਾਲ ਖਰੀਦਣਾ ਤੇ 2% ਲਾ ਲੈ ਉੱਤੇ, ਵੀ 2% ਨਾਲ ਕਿਸੇ ਨੂੰ ਕੀ ਫਰਕ ਪੈਣਾ। ਤੇ ਮੈਂ ਉਹਨੂੰ ਕਿਹਾ ਫਰਕ ਨਹੀਂ ਪੈਣਾ, 2% ਦਾ ਖਰਚੇ ਨਿਕਲ ਸਕਦੇ ਆ, ਪਰ ਉੱਥੇ ਗੁਰੂ ਨਾਨਕ ਦਾ ਸਿਧਾਂਤ ਮਰਦਾ। ਅਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਘਰ ਘਰ ਪਹੁੰਚਾਉਣਾ ਹੈ, ਗੁਰੂ ਨਾਨਕ ਦੀ ਸੋਚ ਨੂੰ ਘਰ ਘਰ ਪਹੁੰਚਾਉਣਾ ਹੈ। ਰਹੀ 2% ਦੀ, ਮੰਨ ਲਓ ਮਹੀਨੇ ਦਾ ਇਸ ਦੁਕਾਨ ਦਾ ਖਰਚਾ ਹੈ, ਅੱਜ ਅਸੀਂ ਸਾਰੇ ਵੀਰ ਆਪਣੇ ਨਾਲ ਜੋੜ ਰਹੇ ਹਾਂ। ਮੰਨ ਲਓ ਇੱਥੇ ਲੱਖ ਰੁਪਏ ਮਹੀਨਾ ਖਰਚਾ ਹੈ, ਅਸੀਂ ਸੋਚਿਆ ਵੀ 100 ਪਰਿਵਾਰ ਜੋੜੀਏ, ਉਹਨਾਂ ਨੂੰ ਕਵਾਂਗੇ ਵੀ 1-1000 ਰੁਪਈਆ ਨਾਲ ਲਾ ਕੇ ਆਪਣੇ ਦਸਵੰਧ ਚੋਂ ਕੱਢੋ, ਉਹਦੇ ਨਾਲ ਆਪਾਂ ਇਹ ਦੁਕਾਨ ਦਾ ਪ੍ਰੋਜੈਕਟ ਜਿਹੜਾ ਉਹ ਚਲਾਵਾਂਗੇ। ਬਾਕੀ ਇੱਕ ਗੱਲ ਮੈਂ ਇੱਥੇ ਐਗਜ਼ਾਮਪਲ ਦੇਣੀ ਚਾਹੁੰਦਾ, ਸ਼ਹਿਰ ਦੇ ਵਿੱਚ ਕਿੰਨੇ ਰੈਸਟੋਰੈਂਟ ਨੇ, ਸ਼ਹਿਰ ਦੇ ਵਿੱਚ ਕਿੰਨੇ ਹੋਟਲ ਨੇ, ਤਾਂ ਵੀ ਲੰਗਰ ਲੱਗਦੇ ਨੇ, ਤਾਂ ਵੀ ਲੰਗਰ ਚੜ੍ਹਦੀ ਕਲਾ 'ਚ ਜਾਂਦੇ ਨੇ। ਤੇ ਦੂਸਰੀ ਗੱਲ ਇਹ ਵੇ ਵੀਰ ਜੀ ਵੀ ਗੁਰਦੁਆਰੇ ਕਿੰਨੇ ਨੇ,
ਕਿੰਨੀ ਸੰਗਤ ਆਉਂਦੀ ਹੈ। ਮੈਨੂੰ ਦੱਸੋ ਕਿਹੜਾ ਗੁਰਦੁਆਰਾ ਘਾਟੇ 'ਚ ਜਾਂਦਾ ਹੈ? ਕੋਈ ਨਹੀਂ ਜਾਂਦਾ। ਇਹ ਗੁਰੂ ਨਾਨਕ ਦਾ ਘਰ ਹੈ। ਇੱਥੇ ਮੇਰੇ ਵਰਗਾ ਚਲੇ ਵੀ ਜਾਵੇਗਾ, ਕੋਈ ਹੋਰ ਆ ਜਾਏਗਾ। ਉਹ ਬੜੀ ਪੁਰਾਣੀ ਕਹਾਵਤ ਹੈ ਵੀ ਬਾਬੇ ਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ। ਇੱਥੇ ਸੇਵਾਵਾਂ ਕਰਨ ਵਾਲੇ ਨਹੀਂ ਮੁੱਕਦੇ, ਸੇਵਾ ਮੁੱਕ ਜਾਂਦੀ ਹੈ। ਸੋ ਗੁਰੂ ਨਾਨਕ ਦਾ ਬੜਾ ਵੱਡਾ ਦਰ ਹੈ ਬਾਈ ਜੀ। ਇਹ ਗੱਲਾਂ ਜਿਹੜੇ ਸੋਚਦੇ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਵੀ ਜੇ ਤੇ ਭਰੋਸਾ ਹੈ ਤੇ ਫਿਰ ਅੱਖਾਂ ਮੀਟ ਕੇ ਚੱਲ ਪਾ, ਕਦੇ ਕਮੀ ਨਹੀਂ ਆ ਸਕਦੀ। ਜੇ ਭਰੋਸਾ ਨਹੀਂ ਤੇ ਫਿਰ ਕਮੀ ਪਹਿਲਾਂ ਹੀ ਹੈ, ਸ਼ੁਰੂ ਵੀ ਨਹੀਂ ਹੋ ਸਕਦਾ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਿੱਖ ਵੈਲਫੇਅਰ ਕਾਉਂਸਲ ਤੋਂ ਬਲਜਿੰਦਰ ਸਿੰਘ ਜਿੰਦੂ ਜੀ, ਜਿਨ੍ਹਾਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੋਦੀਖਾਨਾ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਨੂੰ ਮੁੱਖ ਰੱਖਦੇ ਹੋਏ ਮੋਦੀਖਾਨਾ ਖੋਲ੍ਹਿਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਰੇਕ ਪ੍ਰਕਾਰ ਦੀਆਂ ਦਵਾਈਆਂ ਜਿਹੜੀਆਂ ਨੇ ਇੱਥੇ ਇਹਨਾਂ ਵੱਲੋਂ ਰੱਖੀਆਂ ਗਈਆਂ ਨੇ। ਇੱਕੋ ਇੱਕ ਇਹਨਾਂ ਦਾ ਮੁੱਖ ਉਦੇਸ਼ ਹੈ ਕਿ ਬਿਨਾਂ ਕਿਸੇ ਪ੍ਰੋਫਿਟ ਤੋਂ ਜਿੰਨੇ ਭਾਅ 'ਤੇ ਇਹ ਦਵਾਈਆਂ ਲੈ ਕੇ ਆ ਰਹੇ ਨੇ ਉਸੇ ਭਾਅ 'ਤੇ ਅੱਗੇ ਲੋਕਾਂ ਨੂੰ, ਜ਼ਰੂਰਤਮੰਦ ਲੋਕਾਂ ਨੂੰ ਦਵਾਈਆਂ ਦੇ ਸਕਣ, ਸਸਤੀਆਂ ਦਵਾਈਆਂ ਦੇ ਸਕਣ। ਤਾਂ ਸਲਾਮ ਹੈ ਇਹੋ ਜਿਹੇ ਲੋਕਾਂ ਦੀ ਸੋਚ 'ਤੇ ਜੋ ਅੱਜ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਮੁੱਖ ਰੱਖਦਿਆਂ ਇਹੋ ਜਿਹੇ ਕੰਮ ਕਰ ਰਹੇ ਨੇ। ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਲੁਧਿਆਣਾ ਟਾਈਮਜ਼। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।